ਪਿਆਰੇ ਵਿਦਿਆਰਥੀਓ, ਪੰਜਾਬੀ ਦੀ ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ 8ਵੀਂ ਜਮਾਤ ਦਾ ਪਾਠ 26 ਗੱਗੂ ਪੜ੍ਹਾਂਗੇ, ਜਿਸ ਦੇ ਲੇਖਕ ਹਨ ਕੋਮਲ ਸਿੰਘ। ਮੈਂ ਆਪਣੇ ਸਕੂਲੋਂ ਆਉਂਦਿਆਂ ਬਸਤਾ ਕੰਧੋਲੀ 'ਤੇ ਰੱਖ ਕੇ ਚਾਹ ਪੀਣ ਲਈ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ। ਮਾਂ ਨੇ ਝਟਪਟ ਪਿੱਤਲ ਦੇ ਗਲਾਸ ਵਿੱਚ ਚਾਹ ਪਾ ਕੇ ਫੜਾਉਂਦਿਆਂ ਕਿਹਾ, ਭਲਕੇ ਤਾਂ ਮੈਂ ਆਪਣੇ ਪੁੱਤਰ ਨੂੰ ਬੋਹਲੀ ਖਾਣ ਨੂੰ ਦੇਵਾਂਗੀ। ਬੋਹਲੀ? ਮੈਂ ਹੈਰਾਨੀ ਨਾਲ ਪੁੱਛਿਆ। ਹਾਂ, ਬੋਹਲੀ। ਅੱਜ ਦੁਪਹਿਰੇ ਆਪਣੀ ਮੀਨੀ ਮੱਝ ਸੂ ਪਈ ਹੈ। ਬਹੁਤ ਸੋਹਣਾ 5 ਕਲਿਆਣਾ ਕੱਟਾ ਦਿੱਤਾ ਏ। ਇਹ ਸੁਣ ਕੇ ਮੈਂ ਅੱਧੀ ਚਾਹ ਗਲਾਸ ਵਿੱਚ ਹੀ ਛੱਡ ਕੇ ਮੀਨੀ ਮੱਝ ਦੀ ਖੁਰਲੀ ਵੱਲ ਨੂੰ ਭੱਜ ਗਿਆ। ਖੁਰਲੀ ਦੇ ਮੁੱਢ ਵਿੱਚ ਮੱਝ ਮੂਹਰੇ ਬਹੁਤ ਸੋਹਣਾ ਸ਼ਾਹ ਕਾਲਾ ਕੱਟਾ ਪਿਆ ਸੀ, ਪਿਆਰਾ ਪਿਆਰਾ ਤੇ ਭੋਲੂ ਜਿਹਾ। ਉਸਦਾ ਬੱਲਾ ਮੱਥਾ ਚਿੱਟੇ ਫੁੱਲ ਵਾਂਗ ਮੈਨੂੰ ਗੋਰਾ ਗੋਰਾ ਲੱਗਿਆ। ਚਾਰੇ ਖੁਰ ਹੇਠੋਂ ਇੱਕ ਇੱਕ ਗਿੱਠ ਚਿੱਟੇ, ਜਿਵੇਂ ਚੌਹਾਂ ਨੂੰ ਮਿਣ ਕੇ ਚਿੱਟਾ ਰੰਗ ਕੀਤਾ ਹੋਵੇ। ਪੂੰਛ ਦਾ ਪਿਛਲਾ ਹਿੱਸਾ ਵੀ ਥੋੜ੍ਹਾ ਜਿਹਾ ਬੱਗਾ ਸੀ। ਮੱਝ ਕੱਟੇ ਨੂੰ ਪਿਆਰ ਨਾਲ ਚੱਟ ਕੇ ਮਮਤਾ ਵੀ ਵਿਖਾ ਰਹੀ ਸੀ ਤੇ ਉਸਦੇ ਮਿੱਟੀ ਨਾਲ ਲਿਬੜੇ ਪਿੰਡੇ ਨੂੰ ਜੀਭ ਨਾਲ ਸਾਫ਼ ਵੀ ਕਰ ਰਹੀ ਸੀ। ਉਹ ਕਦੇ ਕੱਟੇ ਦੀਆਂ ਅੱਖਾਂ ਚੱਟਦੀ, ਕਦੇ ਮੱਥਾ ਚੱਟਦੀ, ਕਦੇ ਕੰਨ ਚੱਟਦੀ, ਕਦੇ ਪੁੱਛ-ਪੁੱਛ ਕਰਕੇ ਉਹਦੇ ਸਾਰੇ ਪਿੰਡੇ 'ਤੇ ਹੀ ਜੀਭ ਫੇਰ ਦਿੰਦੀ। ਪਹਿਲੀ ਨਜ਼ਾਰੇ ਹੀ ਮੈਨੂੰ ਕੱਟੇ ਨਾਲ ਪਿਆਰ ਜਿਹਾ ਹੋ ਗਿਆ। ਇੰਨੇ ਨੂੰ ਮਾਂ ਆ ਗਈ। ਮੈਨੂੰ ਡੰਡਾ ਫੜਾ ਕੇ ਮੱਝ ਦੇ ਨੇੜੇ ਬਿਠਾ ਕੇ ਹਦਾਇਤ ਕੀਤੀ, ਇੱਥੇ ਬੈਠ ਕੇ ਧਿਆਨ ਰੱਖੀਂ, ਕਾਂ ਕੁੱਤਾ ਕੱਟੇ ਦੇ ਖੁਰਾਂ ਨੂੰ ਮੂੰਹ ਨਾ ਮਾਰ ਜਾਵੇ। ਕੱਟੜੂਆਂ ਦੇ ਖੁਰ ਕੂਲੇ ਤੇ ਕੱਚੇ ਹੁੰਦੇ ਨੇ, ਜਾਨਵਰਾਂ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਪੈਂਦਾ ਹੈ। ਕਿੱਕਰ 'ਤੇ ਬੈਠੇ ਕਾਂ ਨੇ 2-3 ਵਾਰ ਮੈਨੂੰ ਝਕਾਨੀ ਦੇ ਕੇ ਠੂੰਗਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਹਰ ਵਾਰੀ ਉਸਨੂੰ ਡੰਡਾ ਹਿਲਾ ਕੇ ਉਡਾ ਦਿੰਦਾ। ਨਿੱਕਾ ਜਿਹਾ ਕੱਟਾ ਉੱਠ ਕੇ ਤੁਰਨ ਦੀ ਕੋਸ਼ਿਸ਼ ਕਰਦਾ, ਪਰ ਹਰ ਵਾਰ ਧੜੱਮ ਕਰਕੇ ਉੱਥੇ ਹੀ ਡਿੱਗ ਪੈਂਦਾ। ਮੱਝ ਭੱਜ ਕੇ ਉੱਧਰ ਜਾਂਦੀ, ਉਸਨੂੰ ਸਗੋਂ ਹੋਰ ਜ਼ੋਰ ਨਾਲ ਚੱਟਣ ਲੱਗ ਜਾਂਦੀ। ਮਾਂ, ਆਪਾਂ ਕੱਟੇ ਦਾ ਸੋਹਣਾ ਜਿਹਾ ਨਾਂ ਰੱਖੀਏ। ਮੈਨੂੰ ਇਹ ਭੋਲੂ ਜਿਹਾ ਬਹੁਤ ਚੰਗਾ ਲੱਗਦਾ ਹੈ। ਆਪਾਂ ਇਸ ਨੂੰ ਗੱਗੂ ਕਿਹਾ ਕਰਾਂਗੇ। ਤੈਨੂੰ ਤਾਂ ਹਰ ਵੇਲੇ ਕਾਵਾਂ ਕੁੱਤਿਆਂ ਦੇ ਨਾਂ ਸੁੱਝਦੇ ਰਹਿੰਦੇ ਆ, ਮਾਂ ਨੇ ਕਿਹਾ। ਉਸ ਦਿਨ ਤੋਂ ਬਾਅਦ ਪਤਾ ਨਹੀਂ ਕਿਵੇਂ ਘਰ ਵਿੱਚ ਸਾਰੇ ਹੀ ਉਸਨੂੰ ਗੱਗੂ ਕਹਿਣ ਲੱਗ ਪਏ। ਆਥਣ ਸਵੇਰ ਜਦੋਂ ਧਾਰ ਕੱਢਣ ਦੀ ਗੱਲ ਹੁੰਦੀ ਤਾਂ ਮਾਂ ਕਹਿੰਦੀ, ਗੱਗੂ ਦੀ ਮਾਂ ਦੀ ਧਾਰ ਕੱਢ ਲਈ ਆ ਕਿ ਨਹੀਂ। ਜਿਵੇਂ ਘਰਾਂ ਵਿੱਚ ਆਮ ਹੁੰਦਾ ਹੈ, ਛੋਟੇ ਹੁੰਦਿਆਂ ਨੂੰ ਵੱਧ ਪਿਆਰ ਮਿਲਦਾ ਹੈ ਤੇ ਫਿਰ ਇਹ ਹੌਲੀ ਹੌਲੀ ਘਟਦਾ ਜਾਂਦਾ ਹੈ। ਗੱਗੂ ਨਾਲ ਵੀ ਇਸੇ ਤਰ੍ਹਾਂ ਹੋਇਆ। ਜਿਵੇਂ ਜਿਵੇਂ ਗੱਗੂ ਵੱਡਾ ਹੋ ਰਿਹਾ ਸੀ, ਘਰਦਿਆਂ ਦੀ ਉਸ ਨਾਲ ਸਾਂਝ ਘਟਦੀ ਗਈ। ਉਸ ਨਾਲ ਮੇਰੀ ਸਾਂਝ ਦਿਨੋਂ ਦਿਨ ਵੱਧਦੀ ਗਈ। ਹੁਣ ਗੱਗੂ ਮੇਰੇ ਪਿਆਰ ਨੂੰ ਮਹਿਸੂਸ ਕਰਨ ਲੱਗ ਪਿਆ ਸੀ। ਮੈਂ ਜਦੋਂ ਵੀ ਉਸਦੇ ਸਿਰ 'ਤੇ ਹੱਥ ਫੇਰਦਾ, ਉਹ ਮੇਰਾ ਹੱਥ ਚੱਟਣ ਲੱਗ ਪੈਂਦਾ। ਮੈਂ ਜਦੋਂ ਵੀ ਉਸਦੇ ਨੇੜੇ ਦੀ ਲੰਘਦਾ, ਗੱਗੂ ਮੈਨੂੰ ਵੇਖ ਕੇ ਜ਼ਰੂਰ ਅੜਿੰਗਦਾ। ਇੱਕ ਦਿਨ ਗੱਗੂ ਦੇ ਪਿੰਡੇ 'ਤੇ ਹੱਥ ਫੇਰਨ ਸਮੇਂ ਮੈਨੂੰ ਜਾਪਿਆ ਕਿ ਉਹ ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ ਹੈ। ਜਦੋਂ ਮਾਂ ਨਾਲ ਇਹ ਗੱਲ ਕੀਤੀ ਤਾਂ ਉਹਨੇ ਕਿਹਾ, ਗੱਗੂ ਹੁਣ ਥੋੜ੍ਹਾ ਵੱਡਾ ਹੋ ਗਿਆ ਹੈ। ਪਹਿਲਾਂ ਉਸਨੂੰ 2 ਥਣ ਚੁੰਘਾਉਂਦੇ ਸੀ, ਫਿਰ 1। ਹੁਣ ਤਾਂ ਬਸ ਗੱਗੂ ਦਾ ਥਣਾਂ ਨੂੰ ਮੂੰਹ ਲਵਾ ਕੇ ਜਦੋਂ ਮੱਝ ਪਸਮ ਪਵੇ, ਗੱਗੂ ਨੂੰ ਪਰੇ ਹਟਾ ਕੇ ਦੂਜੇ ਕਿੱਲੇ ਨਾਲ ਬੰਨ੍ਹ ਦਿੰਦੇ ਹਾਂ। ਪਰ ਮਾਂ, ਮੀਨੀ ਮੱਝ ਤਾਂ ਗੱਗੂ ਦੀ ਆਪਣੀ ਮਾਂ ਹੈ। ਆਪਾਂ ਗੱਗੂ ਨੂੰ ਉਸਦੀ ਆਪਣੀ ਮਾਂ ਦਾ ਹੀ ਦੁੱਧ ਕਿਉਂ ਨਹੀਂ ਪੀਣ ਦਿੰਦੇ? ਮੈਂ ਪੁੱਛਿਆ। ਮੈਂ ਕਈ ਵਾਰ ਨੇਰੇ ਸਵੇਰੇ ਧਾਰ ਕੱਢਣ ਤੋਂ ਪਹਿਲਾਂ ਗੱਗੂ ਨੂੰ ਕਿੱਲੇ ਤੋਂ ਖੋਲ੍ਹ ਦਿੰਦਾ। ਗੱਗੂ ਝੱਟ ਆਪਣੀ ਮਾਂ ਦਾ ਹੀ ਦੁੱਧ ਗਪਲ ਗਪਲ ਕਰਕੇ ਚੁੰਘ ਜਾਂਦਾ। ਘਰ 'ਚ ਕਦੇ ਵੀ ਮੇਰੀ ਇਸ ਸ਼ਰਾਰਤ ਦਾ ਪਤਾ ਨਾ ਲੱਗਾ। ਗੱਗੂ ਹੋਰ ਵੱਡਾ ਹੋ ਗਿਆ। ਮੈਂ ਜਦੋਂ ਹੱਥ ਵਿੱਚ ਫੜੀ ਰੋਟੀ ਦਿਖਾ ਕੇ ਗੱਗੂ ਕਹਿ ਕੇ ਆਵਾਜ਼ ਮਾਰਦਾ ਤਾਂ ਉਹ ਭੱਜਾ ਆਉਂਦਾ। ਮੇਰੇ ਹੱਥੋਂ ਰੋਟੀ ਖਾ ਕੇ ਮਗਰੋਂ ਮੇਰਾ ਹੱਥ ਚੱਟਣ ਲੱਗ ਪੈਂਦਾ। ਕਈ ਵਾਰ ਲਾਡ ਨਾਲ ਮੇਰੀਏ ਪੋਲੀਆਂ ਪੋਲੀਆਂ ਢੁੱਡਾਂ ਵੀ ਮਾਰਦਾ।
ਮੈਂ ਜਦੋਂ ਵੀ ਗੁੜ ਦੀਆਂ ਰੋੜੀਆਂ ਗੱਗੂ ਦੇ ਮੂੰਹ 'ਚ ਪਾਉਂਦਾ, ਉਹ ਗੁੜ ਖਾ ਕੇ ਮੇਰੀਆਂ ਉਂਗਲਾਂ ਨੂੰ ਚੱਟਣ ਲੱਗ ਪੈਂਦਾ। ਇਸ ਤਰ੍ਹਾਂ ਲੱਗਦਾ ਜਿਵੇਂ ਉਹ ਆਪਣੀ ਮਾਂ ਦਾ ਦੁੱਧ ਚੁੰਘ ਰਿਹਾ ਹੋਵੇ। ਕਈ ਵਾਰ ਸ਼ਰਾਰਤ ਨਾਲ ਹੱਥ 'ਚ ਰੋਟੀ ਫੜ ਕੇ ਮੈਂ ਗੱਗੂ ਕੋਲ ਹੱਥ ਉੱਚਾ ਕਰਕੇ ਖੜ੍ਹ ਜਾਂਦਾ। ਉਸਦਾ ਰੋਟੀ ਤੱਕ ਮੂੰਹ ਨਾ ਅੱਪੜਦਾ। ਉਹ ਧੌਣ ਉੱਚੀ ਕਰਕੇ ਰੋਟੀ ਖੋਹਣ ਦੀ ਕੋਸ਼ਿਸ਼ ਕਰਦਾ। ਜੇ ਫੇਰ ਵੀ ਮੂੰਹ ਨਾ ਅੱਪੜਦਾ ਤਾਂ ਉਹ ਮੈਨੂੰ ਪੌਡੇ ਲਾਉਣ ਦੀ ਕੋਸ਼ਿਸ਼ ਕਰਦਾ। ਰੋਟੀ ਖਵਾ ਕੇ ਮੈਂ ਇਸ਼ਾਰੇ ਨਾਲ ਕਹਿੰਦਾ, ਗੱਗੂ ਚੱਲ ਆਪਣੇ ਕਿੱਲੇ 'ਤੇ ਚਲਿਆ ਜਾ, ਤਾਂ ਗੱਗੂ ਇਸ਼ਾਰਾ ਸਮਝ ਕੇ ਝੱਟ ਵਾਪਸ ਮੁੜ ਜਾਂਦਾ। ਕਦੇ ਕਦੇ ਮੈਂ ਖਾਣ ਵਾਲੀ ਕੋਈ ਹੋਰ ਚੀਜ਼ ਗੱਗੂ ਨੂੰ ਦਿਖਾ ਕੇ ਉਸਦੇ ਅੱਗੇ ਅੱਗੇ ਭੱਜ ਜਾਂਦਾ। ਗੱਗੂ ਪਿੱਛੇ ਪਿੱਛੇ ਦੌੜਦਾ। ਅਸੀਂ ਘਰ ਵਿੱਚ ਕਈ ਗੇੜੇ ਕੱਢਦੇ। ਮਾਂ ਅੱਕ ਕੇ ਕਹਿੰਦੀ, ਬਲੋਲਾ, ਕੱਟੇ ਤੋਂ ਸਾਰਾ ਵਿਹੜਾ ਪੁਟਾ ਦਿੱਤਾ। ਮੈਂ ਤਾਂ ਪਹਿਲਾਂ ਹੀ ਮਸਾਂ ਸੰਭਰਿਆ ਸੂਰਿਆ ਸੀ। ਮੈਂ ਸਕੂਲੋਂ ਆ ਕੇ ਕਦੇ ਕਦੇ ਮੱਝਾਂ ਚਾਰਨ ਜਾਂਦਾ। ਗੱਗੂ ਵੀ ਨਾਲ ਹੁੰਦਾ। ਬਾਕੀ ਪਸ਼ੂਆਂ ਨਾਲੋਂ ਅੱਡ ਕਰਕੇ ਗੱਗੂ ਨੂੰ ਉੱਧਰ ਚਰਨ ਲਈ ਛੱਡ ਦਿੰਦਾ ਜਿੱਧਰ ਵਧੀਆ ਲਵਾ ਲਵਾ ਹਰਾ ਘਾਹ ਹੁੰਦਾ। ਘਰ ਦੇ ਅੰਦਰ ਬਾਹਰ ਕੰਧਾਂ 'ਤੇ ਕੋਲੇ ਨਾਲ ਮੈਂ ਗੱਗੂ ਲਿਖ ਦਿੱਤਾ ਸੀ। ਮਾਂ ਨੇ ਕਈ ਵਾਰ ਟੋਕਿਆ, ਕਿਉਂ ਸਾਰੀਆਂ ਕੰਧਾਂ ਕਾਲੀਆਂ ਕਰਦਾ ਰਹਿੰਦਾ ਹੈ। ਮਾਸਟਰ ਜੀ ਨੇ ਇੱਕ ਵਾਰ ਮੇਰੀ ਕਾਪੀ 'ਤੇ ਗੱਗੂ ਲਿਖਿਆ ਪੜ੍ਹ ਕੇ ਪੁੱਛਿਆ ਸੀ, ਇਹ ਕਿਹਦਾ ਨਾਂ ਹੈ? ਮੈਂ ਕਿਹਾ, ਮਾਸਟਰ ਜੀ, ਇਹ ਮੇਰੇ ਆੜੀ ਦਾ ਨਾਂ ਹੈ। ਭਾਵੇਂ ਗੱਗੂ ਅੱਗੇ ਨਾਲੋਂ ਕਾਫੀ ਵੱਡਾ ਹੋ ਗਿਆ ਸੀ, ਪਰ ਉਸਦੀਆਂ ਮੇਰੇ ਨਾਲ ਕੀਤੀਆਂ ਜਾਣ ਵਾਲੀਆਂ ਸ਼ਰਾਰਤਾਂ ਅਤੇ ਪਿਆਰ ਵਿੱਚ ਕੋਈ ਕਮੀ ਨਹੀਂ ਆਈ ਸੀ। ਮੈਂ ਜਦੋਂ ਵੀ ਸਕੂਲੋਂ ਆਉਂਦਾ, ਮੈਨੂੰ ਬੂਹੇ 'ਚ ਦੇਖ ਗੱਗੂ ਇੱਕ ਵਾਰ ਜ਼ਰੂਰ ਅੜਿੰਗਦਾ। ਮੈਨੂੰ ਵੀ ਪਤਾ ਲੱਗ ਜਾਂਦਾ ਕਿ ਗੱਗੂ ਨੂੰ ਮੇਰੇ ਆਏ ਦਾ ਪਤਾ ਲੱਗ ਗਿਆ ਹੈ। ਮੈਂ ਬਸਤਾ ਰੱਖ ਕੇ ਉਸਦੇ ਪਿੰਡੇ 'ਤੇ ਸਿਰ 'ਤੇ ਹੱਥ ਫੇਰਦਾ। ਨਿੱਕੇ ਨਿੱਕੇ ਸਿੰਗਾਂ ਹੇਠਾਂ ਪੋਲੀ ਪੋਲੀ ਖੁਰਕ ਕਰਦਾ। ਜਦੋਂ ਤੱਕ ਗੱਗੂ ਮੇਰੇ ਨਾਲ ਲਾਡੀਆਂ ਬਾਡੀਆਂ ਨਾ ਕਰ ਲੈਂਦਾ, ਮੈਨੂੰ ਟੇਕ ਨਾ ਆਉਂਦੀ। ਵੱਡਾ ਹੋਣ ਕਰਕੇ ਗੱਗੂ ਹੁਣ ਦੁੱਧ ਚੁੰਘਣਾ ਛੱਡ ਚੁੱਕਾ ਸੀ। ਸ਼ਾਇਦ ਘਰਦਿਆਂ ਨੇ ਛੁਡਾ ਦਿੱਤਾ ਸੀ। ਹੁਣ ਤਾਂ ਉਹ ਆਪਣੇ ਹਿੱਸੇ ਆਉਂਦੇ ਪੱਠੇ ਹੀ ਖਾਂਦਾ। ਜਦੋਂ ਕਦੇ ਰਾਤ ਨੂੰ ਰੱਸਾ ਤੁੜਾ ਕੇ ਉਹ ਆਪਣੀ ਮਰਜ਼ੀ ਨਾਲ ਰੱਜ ਕੇ ਪੱਠੇ ਖਾ ਲੈਂਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ। ਕਈ ਵਾਰ ਗੱਗੂ ਨਾਲ ਖੇਡਦਿਆਂ ਖੇਡਦਿਆਂ ਮੈਂ ਉਸਨੂੰ ਜੱਫੀ ਪਾ ਲੈਂਦਾ। ਮਾਂ ਝਿੜਕ ਕੇ ਕਹਿੰਦੀ, ਕਿਉਂ ਕੱਟੇ ਨੂੰ ਚੁੰਮੀ ਚੱਟੀ ਜਾਂਦਾ, ਮੂੰਹ 'ਚ ਗੰਦੇ ਵਾਲ ਪੈ ਜਾਣਗੇ। ਮੈਂ ਮਾਂ ਨੂੰ ਕਹਿੰਦਾ, ਗੱਗੂ ਵੀ ਤਾਂ ਮੈਨੂੰ ਪਿਆਰ ਕਰਦਾ ਹੈ। ਇੱਕ ਦਿਨ ਜਦੋਂ ਮੈਂ ਸਕੂਲੋਂ ਪਰਤਿਆ ਤਾਂ ਮੈਨੂੰ ਗੱਗੂ ਦਾ ਅੜਿੰਗਣਾ ਸੁਣਾਈ ਨਾ ਦਿੱਤਾ। ਮੈਂ ਸੋਚਿਆ ਸ਼ਾਇਦ ਗੱਗੂ ਇੱਧਰ ਉੱਧਰ ਹੋਵੇਗਾ। ਮੈਂ ਗੱਗੂ ਗੱਗੂ ਕਹਿ ਕੇ ਕਈ ਆਵਾਜ਼ਾਂ ਮਾਰੀਆਂ, ਪਰ ਗੱਗੂ ਨੇ ਕੋਈ ਉੱਤਰ ਨਾ ਦਿੱਤਾ। ਕਿੱਲੇ 'ਤੇ ਜਾ ਕੇ ਦੇਖਿਆ ਤਾਂ ਗੱਗੂ ਉੱਥੇ ਨਹੀਂ ਸੀ। ਮੈਨੂੰ ਅਚਵੀ ਲੱਗ ਗਈ। ਮਾਂ ਨੂੰ ਪੁੱਛਿਆ, ਗੱਗੂ ਕਿੱਥੇ ਹੈ ਮਾਂ? ਪਹਿਲਾਂ ਤਾਂ ਮਾਂ ਨੇ ਕਈ ਆਨੇ ਬਹਾਨੇ ਕੀਤੇ, ਫਿਰ ਮੇਰੇ ਜਿੱਦ ਕਰਨ 'ਤੇ ਦੱਸ ਦਿੱਤਾ ਕਿ ਤੇਰੇ ਗੱਗੂ ਤੇਰੇ ਬਾਪੂ ਨੇ ਵੇਚ ਦਿੱਤਾ ਹੈ। ਮੈਂ ਇਹ ਸੁਣ ਕੇ ਕੰਬ ਗਿਆ। ਰੋਂਦੇ ਰੋਂਦੇ ਨੇ ਮੈਂ ਭਰੇ ਪੀਤੇ ਮਨ ਨਾਲ ਪੁੱਛਿਆ, ਮੇਰਾ ਗੱਗੂ ਤੁਸੀਂ ਕਿਉਂ ਵੇਚਿਆ? ਆਪਾਂ ਨੂੰ ਪੈਸਿਆਂ ਦੀ ਲੋੜ ਸੀ, ਮਾਂ ਨੇ ਕਿਹਾ। ਇਸ ਘਟਨਾ ਤੋਂ 3 ਦਿਨ ਮਗਰੋਂ ਤੱਕ ਮੈਂ ਰੋਟੀ ਨਾ ਖਾਧੀ। ਮਾਂ ਨੇ ਮਿੰਨਤ ਤਰਲਾ ਅਤੇ ਪਿਆਰ ਕਰਕੇ ਮੈਨੂੰ ਰੋਟੀ ਖਵਾਈ। ਮਾਂ ਨੇ ਲਾਰਾ ਵੀ ਲਾਇਆ ਕਿ ਆਪਾਂ ਗੱਗੂ ਨੂੰ ਲੈ ਆਵਾਂਗੇ। ਮੈਂ ਬਾਪੂ ਨੂੰ ਕਿਹਾ, ਆਪਾਂ ਆਪਣੇ ਗੱਗੂ ਨੂੰ ਵਾਪਸ ਲੈ ਆਈਏ। ਵੇਚੀ ਚੀਜ਼ ਵਾਪਸ ਨਹੀਂ ਲਿਆਂਦੀ ਜਾਂਦੀ, ਬਾਪੂ ਦਾ ਇੱਕ ਟੁਕ ਉੱਤਰ ਸੀ। ਕਈ ਦਿਨਾਂ ਬਾਅਦ ਮੇਰੇ ਜਮਾਤੀ ਦੋਸਤ ਪਾਲੇ ਨੇ ਦੱਸਿਆ, ਤੇਰਾ ਗੱਗੂ ਤੇਰੇ ਬਾਪੂ ਨੇ ਆਪਣੇ ਹੀ ਪਿੰਡ ਦੇ ਦਲੀਪੇ ਨੂੰ ਵੇਚਦਿਆਂ ਮੈਂ ਆਪਣੇ ਅੱਖੀਂ ਵੇਖਿਆ ਸੀ। ਦਲੀਪਾ ਗੱਗੂ ਨੂੰ ਕਿੱਕਰ ਨਾਲ ਨੂੜ ਕੇ ਨੱਥ ਮਾਰ ਰਿਹਾ ਸੀ। ਦਲੀਪੇ ਨੇ ਪਹਿਲਾਂ ਤਿੱਖਾ ਸੂਆ ਗੱਗੂ ਦੇ ਨੱਕ 'ਚੋਂ ਲੰਘਾਇਆ, ਫਿਰ ਮੋਰੀ ਵਿੱਚ ਦੀ ਰੱਸੀ ਦੀ ਨੱਥ ਪਾ ਦਿੱਤੀ। ਪਾਲੇ ਨੇ ਦੱਸਿਆ, ਜਦੋਂ ਦਲੀਪੇ ਨੇ ਗੱਗੂ ਦੇ ਨੱਕ 'ਚ ਮੋਰੀ ਕੀਤੀ ਤਾਂ ਗੱਗੂ ਬਹੁਤ ਤੜਪਿਆ, ਬਹੁਤ ਅੜਿੰਗਿਆ, ਜਿਵੇਂ ਤੈਨੂੰ ਆਵਾਜ਼ਾਂ ਮਾਰ ਰਿਹਾ ਹੋਵੇ। ਪਾਲੇ ਦੀ ਗੱਲ ਸੁਣਦਿਆਂ ਸਾਰ ਮੈਂ ਨੰਗੇ ਪੈਰੀਂ ਦਲੀਪੇ ਦੇ ਘਰ ਵੱਲ ਛੂਟ ਵੱਟ ਲਈ। ਮਾਂ ਨੇ ਮੈਨੂੰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਚਿੜੀ ਪੂੰਝਾ ਛੁਡਾ ਕੇ ਭੱਜ ਗਿਆ। ਮੈਂ ਦਲੀਪੇ ਦੇ ਪਸ਼ੂਆਂ ਵਾਲੇ ਵਾੜੇ ਵਿੱਚ ਪਹੁੰਚ ਗਿਆ। ਗੱਗੂ ਇੱਕ ਨੁੱਕਰ 'ਚ ਗੋਹੇ ਨਾਲ ਲਿਬੜਿਆ ਤਿਬੜਿਆ ਉਦਾਸ ਖੜ੍ਹਾ ਸੀ। ਮੈਂ ਭੱਜ ਕੇ ਗੱਗੂ ਦੇ ਗਲ ਨੂੰ ਚੰਬੜ ਗਿਆ।
ਗੱਗੂ ਦਾ ਨੱਕ ਦੀ ਪੀੜ ਨੇ ਬੁਰਾ ਹਾਲ ਕਰ ਦਿੱਤਾ ਸੀ। ਗੱਗੂ ਨੇ ਮੈਨੂੰ ਦੇਖ ਕੇ ਅੜਿੰਗਣ ਦੀ ਕੋਸ਼ਿਸ਼ ਕੀਤੀ, ਪਰ ਪੀੜ ਨਾਲ ਉਸਦੀ ਆਵਾਜ਼ ਸੰਘ ਵਿੱਚ ਹੀ ਅਟਕ ਕੇ ਰਹਿ ਗਈ। ਉਸਨੇ ਸਿਰਫ ਮੁਰਦਾ ਆਵਾਜ਼ ਵਿੱਚ ਹੀ ਮੇਰੀ ਹਾਕ ਦਾ ਹੁੰਗਾਰਾ ਭਰਿਆ। ਗੱਗੂ ਦੇਖਣ ਨੂੰ ਵੀ ਬਹੁਤ ਮਾੜਚੂ ਜਿਹਾ ਲੱਗ ਰਿਹਾ ਸੀ। ਮੈਂ ਬਹੁਤ ਦੇਰ ਗੱਗੂ ਨੂੰ ਜੱਫੀ ਪਾ ਕੇ ਖੜਾ ਰਿਹਾ। ਇੰਨੇ ਨੂੰ ਦੇਖਿਆ ਕਿ ਮਾਂ ਮੇਰੇ ਪਿੱਛੇ ਖੜੀ ਸੀ। ਕੋਈ ਨਾ ਪੁੱਤ, ਆਪਾਂ ਥੋੜ੍ਹੇ ਦਿਨਾਂ ਤੱਕ ਆ ਗੱਗੂ ਨੂੰ ਆਪਣੇ ਘਰ ਲੈ ਚੱਲਾਂਗੇ, ਮਾਂ ਨੇ ਕਿਹਾ। ਨਹੀਂ, ਮੈਂ ਤਾਂ ਗੱਗੂ ਨੂੰ ਹੁਣੇ ਲੈ ਕੇ ਜਾਵਾਂਗਾ। ਦੇਖ, ਦਲੀਪੇ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ ਹੈ। ਦਲੀਪੇ ਨੇ ਮੇਰੇ ਗੱਗੂ ਦਾ ਨੱਕ ਕਿਉਂ ਪਾੜਿਆ ਹੈ? ਗੱਗੂ ਨੇ ਮੇਰਾ ਹੱਥ ਚੱਟਣ ਦੀ ਕੋਸ਼ਿਸ਼ ਕੀਤੀ, ਪਰ ਪੀੜ ਨਾਲ ਉਸ ਦੀ ਜ਼ੁਬਾਨ ਬਾਹਰ ਨਾ ਨਿਕਲ ਸਕੀ। ਮਾਂ ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ 'ਚ ਪਾ ਕੇ ਵਾਪਸ ਘਰ ਲੈ ਆਈ। ਅਗਲੇ ਦਿਨ ਜਦੋਂ ਮੈਂ ਸਕੂਲ ਜਾ ਰਿਹਾ ਸੀ ਤਾਂ ਮੈਂ ਦੂਰੋਂ ਆਉਂਦੀ ਦਲੀਪੇ ਦੀ ਰੇਹੜੀ ਸਿਆਣ ਲਈ। ਗੱਗੂ ਨੂੰ ਗੱਡੀ ਅੱਗੇ ਜੋੜ ਕੇ ਰੇਹੜੀ ਉੱਤੇ ਪੱਠੇ ਲੱਦੇ ਹੋਏ ਸਨ। ਗੱਗੂ ਮਸਾਂ ਤੁਰ ਰਿਹਾ ਸੀ। ਦਲੀਪਾ ਗੱਗੂ ਨੂੰ ਤੇਜ਼ ਤੋਰਨ ਲਈ ਜ਼ੋਰ-ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ। ਜਦੋਂ ਗੱਗੂ ਮੇਰੇ ਨੇੜੇ ਆਇਆ ਤਾਂ ਮੈਂ ਦੇਖਿਆ ਉਸਦੇ ਪਿੰਡੇ 'ਤੇ ਸੋਟੀਆਂ ਦੀਆਂ ਬਹੁਤ ਸਾਰੀਆਂ ਲਾਸਾਂ ਉੱਭਰੀਆਂ ਹੋਈਆਂ ਸਨ। ਮੇਰੇ ਬਰਾਬਰ ਆ ਕੇ ਗੱਗੂ ਜ਼ੋਰ ਨਾਲ ਅੜਿੰਗਿਆ ਤੇ ਰੁਕ ਗਿਆ। ਮੈਂ ਭੱਜ ਕੇ ਦਲੀਪੇ ਦੇ ਹੱਥ 'ਚੋਂ ਸੋਟੀ ਖੋਹ ਲਈ ਤੇ ਕਿਹਾ, ਤੂੰ ਮੇਰੇ ਗੱਗੂ ਨੂੰ ਕਿਉਂ ਕੁੱਟ ਰਿਹਾ ਏ? ਤੂੰ ਉਸਦਾ ਨੱਕ ਪਾੜ ਕੇ ਨੱਥ ਕਿਉਂ ਪਾਈ ਹੈ? ਦਲੀਪੇ ਨੇ ਮੇਰੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਮੈਂ ਵੱਡਾ ਹੋ ਕੇ ਤੇਰੇ ਪੈਸੇ ਦੇ ਦੇਵਾਂਗਾ, ਤੂੰ ਮੇਰਾ ਗੱਗੂ ਮੈਨੂੰ ਮੋੜ ਦੇ, ਮੈਂ ਦਲੀਪੇ ਦੀ ਬਾਂਹ ਨੂੰ ਹੱਥ ਨਾਲ ਹਲੂਣਦਿਆਂ ਕਿਹਾ। ਦਲੀਪੇ ਨੇ ਫੇਰ ਵੀ ਮੇਰੀ ਗੱਲ ਦਾ ਜਵਾਬ ਨਾ ਦਿੱਤਾ, ਸਗੋਂ ਮੇਰੇ ਵੱਲ ਮੁਤਰ-ਮੁਤਰ ਝਾਕ ਰਿਹਾ ਸੀ। ਦਲੀਪੇ ਨੇ ਮੇਰੇ ਹੱਥੋਂ ਸੋਟੀ ਖੋਹ ਕੇ 1-2 ਸੋਟੀਆਂ ਗੱਗੂ ਦੇ ਮਾਰ ਕੇ ਉਸਨੂੰ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਗੱਗੂ ਨੇ ਇੱਕ ਪੈਰ ਵੀ ਅੱਗੇ ਨਾ ਪੁੱਟਿਆ। ਗੱਗੂ ਤਰਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਿਹਾ ਸੀ। ਮੈਂ ਦਲੀਪੇ ਨੂੰ ਕਿਹਾ, ਗੱਗੂ ਮੇਰੀ ਆੜੀ ਹੈ, ਇਹ ਮੇਰੇ ਹੀ ਆਖੇ ਲੱਗਦਾ ਹੈ, ਤੂੰ ਇਸਨੂੰ ਨਾ ਮਾਰ। ਪਸ਼ੂਆਂ ਨਾਲ ਕਾਹਦੀ ਆੜੀ? ਤੂੰ ਇਹਨੂੰ ਕਿੱਥੇ ਪੜ੍ਹਾ ਲਿਆ ਈ? ਬਈ ਇਹ ਤੇਰੇ ਆਖੇ ਲੱਗ ਜੂ, ਦਲੀਪਾ ਬੋਲਿਆ। ਦਲੀਪੇ ਨੇ ਫਿਰ ਮੂੰਹ ਨਾਲ ਟਿਚ-ਟਿਚ ਕਰਕੇ ਅਤੇ ਗੱਗੂ ਦੀ ਪਿੱਠ 'ਤੇ ਸੋਟੀ ਲਾ ਕੇ ਉਸਨੂੰ ਤੋਰਨਾ ਚਾਹਿਆ, ਪਰ ਗੱਗੂ ਦਾ ਸਾਰਾ ਧਿਆਨ ਤਾਂ ਮੇਰੇ ਵੱਲ ਸੀ। ਇਹ ਤੇਰੇ ਆਖੇ ਨਹੀਂ ਲੱਗੇਗਾ। ਜੇ ਮੈਂ ਕਹਾਂ ਗੱਗੂ ਹੁਣੇ ਮੇਰੇ ਆਖੇ ਲੱਗ ਕੇ ਤੁਰ ਪਵੇਗਾ, ਮੈਂ ਕਿਹਾ। ਇਹ ਕਿਵੇਂ ਹੋ ਸਕਦਾ ਹੈ? ਮੈਂ ਆਪਣੇ ਬਸਤੇ 'ਚੋਂ ਰੋਟੀ ਕੱਢੀ ਤੇ ਗੱਗੂ ਦੇ ਮੂੰਹ ਵਿੱਚ ਪਾ ਦਿੱਤੀ। ਉਸਨੇ ਰੋਟੀ ਖਾ ਕੇ ਮੇਰਾ ਹੱਥ ਚੱਟਿਆ। ਮੈਂ ਗੱਗੂ ਦੇ ਪਿੰਡੇ 'ਤੇ ਹੱਥ ਫੇਰਿਆ ਤੇ ਉਸਦੇ ਕੰਨ ਕੋਲ ਮੂੰਹ ਕਰਕੇ ਕਿਹਾ, ਚੱਲ ਗੱਗੂ, ਆਪਣੇ ਘਰ ਚਲੀਏ, ਤੇ ਨਾਲ ਹੀ ਹੱਥ ਨਾਲ ਜਾਣ ਦਾ ਇਸ਼ਾਰਾ ਕੀਤਾ। ਗੱਗੂ ਝੱਟ-ਪੱਟ ਸਣੇ ਰੇਹੜੀ ਦੇ ਤੇਜ਼ੀ ਨਾਲ ਸਾਡੇ ਘਰ ਵੱਲ ਜਾਣ ਵਾਲੇ ਰਸਤੇ ਪੈ ਗਿਆ। ਦਲੀਪਾ ਛਾਲ ਮਾਰ ਕੇ ਰੇਹੜੀ ਤੋਂ ਉਤਰ ਗਿਆ। ਮੈਂ ਤੇ ਗੱਗੂ ਘਰ ਨੂੰ ਜਾ ਰਹੇ ਸੀ। ਦਲੀਪਾ ਓਨੀ ਦੇਰ ਤੱਕ ਖੜਾ ਸਾਡੇ ਵੱਲ ਵੇਖਦਾ ਰਿਹਾ, ਜਿੰਨੀ ਦੇਰ ਤੱਕ ਮੈਂ ਤੇ ਗੱਗੂ ਆਪਣੇ ਘਰ ਜਾਣ ਵਾਲਾ ਮੋੜ ਨਹੀਂ ਮੁੜ ਗਏ। ਪਿਆਰੇ ਵਿਦਿਆਰਥੀਓ, ਇਹ ਕਹਾਣੀ ਹੈ ਕਹਾਣੀਕਾਰ ਦੀ ਪਸ਼ੂਆਂ ਪ੍ਰਤੀ ਪਿਆਰ ਨੂੰ ਦਰਸਾਉਂਦੀ, ਅਤੇ ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇ ਅਸੀਂ ਕਿਸੇ ਪਸ਼ੂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਹ ਉਸਦਾ ਦੁੱਗਣਾ ਪਿਆਰ ਸਾਨੂੰ ਵਾਪਸ ਕਰਦਾ ਹੈ। ਜਿਸ ਤਰ੍ਹਾਂ ਇਸ ਕਹਾਣੀ ਵਿੱਚ ਕਹਾਣੀਕਾਰ ਗੱਗੂ ਨੂੰ ਪਿਆਰ ਨਾਲ ਪੁਚਕਾਰਦਾ ਹੈ, ਉਸੇ ਤਰ੍ਹਾਂ ਗੱਗੂ ਵੀ ਕਹਾਣੀਕਾਰ ਦਾ ਹਰ ਵੇਲੇ ਇੰਤਜ਼ਾਰ ਕਰਦਾ ਹੈ। ਦੂਸਰਾ, ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਜਾਨਵਰਾਂ ਨਾਲ ਕਦੀ ਵੀ ਬੁਰਾ ਵਰਤਾਵ ਨਾ ਕਰੋ। ਉਹ ਵੀ ਪਿਆਰ ਦੇ ਭੁੱਖੇ ਹੁੰਦੇ ਹਨ। ਉਹਨਾਂ ਨੂੰ ਪਿਆਰ ਨਾਲ ਪੁਚਕਾਰ ਕੇ ਅਸੀਂ ਕੋਈ ਵੀ ਕੰਮ ਕਰਵਾ ਸਕਦੇ ਹਾਂ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਪਾਠ ਤੋਂ ਮਿਲੀ ਸਿੱਖਿਆ ਦੀ ਸਮਝ ਆ ਗਈ ਹੋਵੇਗੀ, ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਵਰਤੋਗੇ। ਧੰਨਵਾਦ।